चलो ਉਹਦੇ ਚ क्वेश्चन ਇਹ ਸੀਗਾ ਕਿ ਵੀ ਕੋਈ ਇੱਕ ਮੈਟਲ ਸਫੀਅਰ ਦਿੱਤਾ ਹੋਇਆ, ਠੀਕ ਹੈ, ਔਰ ਦੂਜੇ ਸੈਟ ਚ ਬੇਟਾ ਦੂਜਾ ਸੀਗਾ ਦੇ ਨਾਲ ਦਾ ਉਹ ਵੀ ਕੁਐਸਚਨ ਦੱਸਾਂਗਾ। ਕਿਸੇ ਮੈਟਲ ਸਫੀਅਰ ਨੂੰ ਤੁਸੀਂ ਪੋਜ਼ਿਟਿਵ ਔਰ ਨੈਗੇਟਿਵਲੀ ਚਾਰਜ ਕਰਨਾ, ਠੀਕ ਹੈ, ਤੇ ਕਿਹੜੇ ਮੈਥਡ ਨਾਲ ਕਰੋਗੇ। ਔਰ ਸੈਕੰਡ ਕੁਐਸਚਨ ਇਹ ਸੀਗਾ ਕਿ ਜੇ ਦੋ ਡਿਫਰੈਂਟ ਆਪਣੇ ਕੋਲ ਮੈਟਲ ਸਫੀਅਰ ਨੇ, ਦੋਨਾਂ ਨੂੰ ਮੈਂ ਦੋ ਓਪੋਜ਼ਿਟ ਟਾਈਪ ਦੇ ਚਾਰਜ ਉਹਨਾਂ ਤੇ ਬਿਲਟ ਅਪ ਕਰਨੇ ਆ, ਉਹ ਕਿਹੜੇ ਮੈਥਡ ਨਾਲ ਕਰਾਂਗਾ। ਉਹ ਤੇ ਬੁੱਕ ਦੇ ਵਿੱਚ ਇਹਨਾਂ ਧਿਆਨ ਰੱਖਿਓ ਜਿੰਨਾ ਆਪਾਂ ਕਰਦੇ ਪਏ ਹਜੇ ਇਹ ਸਾਰੇ ਦਾ ਸਾਰਾ ਥਿਓਰੈਟੀਕਲ ਟੌਪਿਕਸ ਨੇ, ਬੁੱਕ ਦੇ ਵਿੱਚੋਂ ਇੱਕ ਵਾਰੀ ਰੀਡਿੰਗ ਜ਼ਰੂਰ ਦੇ ਲਿਓ, ਠੀਕ ਹੈ। ਮੈਥਮੈਟੀਕਲ ਸ਼ੁਰੂ ਹੋਣਾ ਆਪਣਾ ਇੱਕ ਲੈਕਚਰ ਤੋਂ ਬਾਅਦ ਹਜੇ, ਠੀਕ ਹੈ। ਇਹ ਚੀਜ਼ਾਂ ਬੁੱਕ ਦੇ ਚੋਂ ਇੱਕ ਵਾਰੀ ਰੀਡਿੰਗ ਯਾਨੀ ਪੜਨ ਵਾਲੀਆਂ ਚੰਗੀ ਤਰ੍ਹਾਂ ਹੈਗੀਆਂ ਬੇਟਾ। ਸੋ ਇਹਦੇ ਅੰਦਰ ਆਏਗਾ ਚਾਰजिंग ਬਾय ਇੰਡਕਸ਼ਨ। ਆਪਣੇ ਕੋਲ ਟੌਪਿਕ ਇਹ ਹੈਗਾ ਕਿ ਲੈਟ ਮੀ ਚਾਰਜ ਅ ਮੈਟਲ ਸਫੀਅਰ, ਲੈਟ ਮੀ ਚਾਰਜ ਅ ਮੈਟਲ ਸਫੀਅਰ, ठीक है, आइदर पॉजिटिवली और नेगेटिवली। जे मैं इस मैटल सफीयर नु नेगेटिवली चार्ज करना वा, ठीक है, तो केड़े वे ना ते पॉजिटिव करना फिर केड़े वे ना। ਉਹਦੇ ਲਈ ਇਸ ਮੈਟਲ ਸਫੀਅਰ ਨੂੰ ਉਹਨੇ ਕੀ ਕਿਹਾ, ਕਹਿੰਦਾ ਜੀ ਦਿਸ ਮੈਟਲ ਸਫੀਅਰ ਮਸਟ ਬੀ, ਕਹਿੰਦਾ ਜੀ ਪਲੇਸਡ ਔਨ ਐਨ ਇਨਸੂਲੇਟਿੰਗ ਸਟੈਂਡ, ਠੀਕ ਹੈ। ਇਹਨੂੰ ਮੈਂ ਜਿਹੜੇ ਸਟੈਂਡ ਦੇ ਉੱਤੇ ਰੱਖਾਂ ਉਹਦੀ ਕੰਡੀਸ਼ਨ ਆ ਕਿ ਸਟੈਂਡ ਜਿਹੜਾ ਮੇਰੇ ਕੋਲ ਆ ਇਟ ਸ਼ੁੱਡ ਬੀ ਐਨ ਇਨਸੂਲੇਟਿੰਗ ਸਟੈਂਡ। ਜੇ ਇਹ ਸਟੈਂਡ ਇਨਸੂਲੇਟਿੰਗ ਨਹੀਂ ਹੋਏਗਾ ਹੈ ਨਾ, ਤਾਂ ਦਿਸ ਸਫੀਅਰ ਨੈਵਰ ਟੂ ਬੀ ਚਾਰਜਡ। ਕਿਉਂਕਿ ਜਦੋਂ ਮੈਂ ਇਸ ਸਫੀਅਰ ਨੂੰ ਕੋਈ ਚਾਰਜ ਸਪਲਾਈ ਕਰਾਂਗਾ, ਜੇ ਇਹ ਸਫੀਅਰ ਮੇਰਾ ਕੰਡਕਟਿੰਗ ਨੇਚਰ ਦਾ, ਜੇ ਆ ਰੋਡ ਮੇਰੀ ਜਿਹੜੀ ਸਟੈਂਡ ਜਿਹੜਾ ਵਾ, ਜੇ ਇਹ ਕੰਡਕਟਿੰਗ ਨੇਚਰ ਦਾ ਹੋਇਆ, ਮੈਟਲ ਸਟੈਂਡ ਹੋਇਆ, ਤੇ ਚਾਰਜ ਗਰਾਊਂਡ ਨੂੰ ਨਾਲੋਂ ਨਾਲ ਹੀ ਫਲੋ ਕਰੀ ਜਾਣਾ, ਇਹ ਸਫੀਅਰ ਨੈਵਰ ਟੂ ਬੀ ਗੈਟ ਕਹਿੰਦਾ ਜੀ ਚਾਰਜ, ਫਿਰ ਸਫੀਅਰ ਮੇਰਾ ਚਾਰਜ ਨਹੀਂ ਹੋ ਪਾਏਗਾ। इसलिए सफीयर नु जदों मैं चार्ज करना तो दिस सफीयर शुड बी प्लेस्ड अपॉन एन इंसुलेटिंग स्टैंड। क्या इतनी गल क्लियर? यस सर। यस सर। तो बात कहने यस सर। नेगेटिवली चार्ज करना वा, आपा जो करन लगे इस मेटल सफीयर नु नेगेटिवली चार्ज आ, ठीक है। ओदे लिए क्या करांगा, यू ब्राउट नियर आ कहना जी पॉजिटिवली चार्ज रॉड, let me have a metal rod or glass rod which is to be positively charged। when this positively charged rod is brought near to this energy metal sphere, है ना, as this metal sphere contains a large number of free electrons, ठीक है, होएगा कि इस positively charged glass rod ने इस metal sphere ਦੇ ਜਿਹੜੇ free electrons ਨੇ ਉਹਨਾਂ ਨੂੰ ਆਪਣੇ ਵੱਲ attract ਕਰਨਾ ਸ਼ੁਰੂ ਕਰ ਦੇਣਾ। ਇਹਨੂੰ ਮੈਂ ਇਦਾਂ ਸਮਝਾਉਣਾ ਹੁੰਦਾ ਥੋੜਾ ਜਿਹਾ, ਇਹਦੇ ਵਿੱਚ ਹੋਰ ਕੁਝ ਐਡ ਕਰਨ ਲੱਗਿਆ। ਮੰਨ ਲਓ ਇੱਥੇ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦਾ ਨਾ ਸੈਂਟਰ ਆ, ਮਤਲਬ ਇਹਦੇ ਅੰਦਰ ਭਰੇ ਪਏ ਆ ਸਾਰੇ ਪੋਜ਼ਿਟਿਵ ਨੈਗੇਟਿਵ ਚਾਰजेस। ਇਹ ਨਿਊਕਲੀਅਸ ਨਹੀਂ ਕਹਿ ਰਿਹਾ ਮੈਂ, ਇਨ ਜਨਰਲ ਕਹਿ ਰਿਹਾ। ਇਸ ਮੈਟਲ ਸਫੀਅਰ ਦੇ ਅੰਦਰ ਅਸੀਂ ਅਸਿਊਮ ਕਰਦੇ ਪਏ ਕਿ ਵੀ ਇੱਥੇ ਇਹਦੇ ਸਾਰੇ ਪੋਜ਼ਿਟਿਵ ਨੈਗੇਟਿਵ ਚਾਰਜ ਪਏ ਨੇ, ਤੇ ਹੋਏਗਾ ਕਿ ਇਸ ਪੋਜ਼ਿਟਿਵਲੀ ਚਾਰਜ ਰੋਡ ਨੇ ਜਿਹੜੀ ਕਿ ਐਕਸੈਸਿਵ ਪੋਜ਼ਿਟਿਵਲੀ ਚਾਰਜ ਹੈਗੀ ਆ, ਇਹਨੇ ਇਸ ਦੇ ਅੰਦਰੋਂ ਨੈਗੇਟਿਵ ਚਾਰਜ ਨੂੰ ਆਪਣੇ ਵੱਲ ਅਟਰੈਕਟ ਕੀਤਾ। ਜਿਹੜੇ ਇਹਦੇ ਅੰਦਰ ਪ੍ਰੈਜ਼ੈਂਟ ਪੋਜ਼ਿਟਿਵ ਚਾਰਜ ਨੇ ਉਹਨਾਂ ਨੇ ਉਹਨੂੰ ਨੈਗੇਟਿਵ ਨੂੰ ਆਪਣੇ ਵੱਲ ਅਟਰੈਕਟ ਕੀਤਾ। ਬਟ ਆਊਟ ਆਫ ਦਾ ਟੂ ਲੈਟ ਮੀ ਸੇ ਕਿ ਵੀ ਇਹ ਜ਼ਿਆਦਾ ਸਟਰੋਂਗ ਅਟਰੈਕਟਿਵ ਫੋਰਸ ਲਗਾ ਗਿਆ, ਜਿਹਦੇ ਕਰਕੇ ਕੀ ਹੋਇਆ, ਇਹਨੇ ਆ ਇੱਕ ਨੈਗੇਟਿਵ ਚਾਰਜ ਨੂੰ ਯਾਨੀ ਇਹਦੇ ਇੱਕ ਫ੍ਰੀ ਇਲੈਕਟ੍ਰੋਨ ਨੂੰ ਫਲੋ ਦੇ ਕੇ ਇੱਥੇ ਉਹਨੇ ਕਹਿੰਦਾ ਜੀ ਐਸ ਐਚ ਡਿਵੈਲਪ ਕਰਾ ਦਿੱਤਾ। क्या इन्नी गल समझ लगी? यस सर। यस सर। ਇਹਨੇ ਕੀ ਕਰਨਾ, ਫਿਰ ਇਹਨੇ ਇਸ ਰੋਡ ਨੇ ਇਹਦੇ ਨੈਕਸਟ ਨੈਗੇਟਿਵ ਇਲੈਕਟ੍ਰੋਨ ਨੂੰ ਫੇਰ ਆਪਣੇ ਨਾਲ ਅਟਰੈਕਟ ਕੀਤਾ, ਇਹਦੇ ਪੋਜ਼ਿਟਿਵ ਨੇ ਫੇਰ ਆਪਣੇ ਵੱਲ ਕੀਤਾ, ਆ ਨੈਗੇਟਿਵ ਨੇ ਉਸ ਇਲੈਕਟ੍ਰੋਨ ਨੂੰ ਰੋਕਿਆ ਵੀ, ਇਸ ਨੈਗੇਟਿਵ ਇਲੈਕਟ੍ਰੋਨ ਨੈਗੇਟਿਵ ਚਾਰਜ ਨੇ ਉਸ ਇਲੈਕਟ੍ਰੋਨ ਨੂੰ ਰਿਪੈਲ ਵੀ ਕੀਤਾ। ਬਟ ਆਊਟ ਆਫ ਆਲ ਅਸੀਂ ਕਹਿੰਦੇ ਜੀ ਆ ਜਿੱਤ ਗਿਆ, ਮਤਲਬ ਇਹਦਾ ਜਿਹੜਾ ਅਟਰੈਕਟਿਵ ਇਫੈਕਟ ਹੈਗਾ ਉਹ ਜ਼ਿਆਦਾ ਸਟਰੋਂਗ ਆ, ਇਸ ਲਈ ਇਹ ਨੈਗੇਟਿਵ ਚਾਰਜ ਇਹਦੇ ਉੱਤੇ ਆਣੇ ਸ਼ੁਰੂ ਹੋ ਗਏ। ਹੁਣ ਜਿੱਦਾਂ ਜਿੱਦਾਂ ਹੁਣ ਇਹਦੇ ਉੱਤੇ ਨੈਗੇਟਿਵ ਆਉਂਦੇ ਪਏ ਤੇ ਇੱਕ ਦਿਮਾਗ 'ਚ ਕੁਐਸਚਨ ਬਣ ਜਾਣਾ ਚਾਹੀਦਾ, ਕਿਆ ਇਸ ਮਟੀਰੀਅਲ ਦੇ ਇਸ ਮੈਟਲ ਸਫੀਅਰ ਦੇ ਜਿੰਨਾ ਵੀ ਨੈਗੇਟਿਵ ਚਾਰਜ ਆ ਕਿਆ ਸਾਰਾ ਹੀ ਇਸ ਸਾਈਡ ਨੂੰ ਆ ਜਾਊ? ਕਹਿੰਦਾ ਜੀ ਨਹੀਂ, ਇਹ ਪ੍ਰੋਸੈਸ ਆਫ ਟ੍ਰਾਂਸਫਰ ਜਾਂ ਪ੍ਰੋਸੈਸ ਆਫ ਫਲੋ ਆਫ ਇਲੈਕਟ੍ਰੋਨ ਇਹਦੇ ਅੰਦਰ ਉਦੋਂ ਤੱਕ ਰਹੇਗਾ ਟਿਲ ਇਹ ਪੋਜ਼ਿਟਿਵ ਚਾਰਜ ਰੋਡ ਜਿਹੜੀ ਇਹ ਡੋਮੀਨੇਟਿੰਗ ਆ। मतलब जो नैक्सट इलैक्ट्रॉन ने एज सच इस नैक्सट इलैक्ट्रॉन नु नैक्सट नेगेटिव चार्ज नु इस रॉड ने अपने वाल अट्रैक्ट किया। एट द सेम टाइम ਇਹਦੇ ਅੰਦਰ ਜਿਹੜੇ ਪ੍ਰੈਜ਼ੈਂਟ ਪੋਜ਼ਿਟਿਵ ਆ ਉਹ ਵੀ ਅਟਰੈਕਟ ਕਰਦੇ ਆ ਨੈਗੇਟਿਵ ਜਿਹੜੇ ਬਿਲਟ ਅਪ ਹੁੰਦੇ ਜਾ ਰਹੇ ਇਹ ਉਹਨੂੰ ਰਿਪੈਲ ਕਰਦੇ ਆ। ਜਿਸ ਸਟੇਜ ਤੇ ਜਾ ਕੇ ਇਹਦੀ ਪੋਜ਼ਿਟਿਵ ਚਾਰਜ ਦੀ ਇਸ ਇਲੈਕਟ੍ਰੋਨ ਵਾਸਤੇ ਅਟਰੈਕਸ਼ਨ ਜਿਹੜੀ ਆ ਹਨਾ ਅਟਰੈਕਟਿਵ ਫੋਰਸਿਸ ਜਿਹੜੀਆਂ ਨੇ ਉਹ ਇਸ ਨੈਗੇਟਿਵ ਚਾਰਜ ਦੀ ਰਿਪਲਸਿਵ ਫੋਰਸਿਸ ਨਾਲ ਬੈਲੈਂਸ ਹੋ ਜਾਣੀਆਂ,
उस तो बाद फर्दर फ्लो ऑफ नेगेटिव चार्ज मेरा रुक जाएगा। क्या इन्नी गल समझ लगी? Yes, sir. यस सर। ਜਦੋਂ ਇਹਦੇ ਤੇ ਇਸ ਸਾਈਡ ਤੇ 네ਗੇਟਿਵ ਚਾਰਜ ਆਈ ਹੈ ਨਾ, ਇਕੁਇਵਲੈਂਟ ਅਮਾਉਂਟ ਚ ਇਹਦੇ ਅੰਦਰ ਜਿਹੜਾ ਪੋਜ਼ਿਟਿਵ ਆ ਹਨਾ, ਉਸ ਪੋਜ਼ਿਟਿਵ ਨੂੰ ਪੋਜ਼ਿਟਿਵ ਰਿਪੈਲ ਵੀ ਕਰਦਾ, ਇਸ ਲਈ ਇਸ ਸਾਈਡ ਤੇ ਦੂਜੇ ਐਂਡ ਤੇ ਪੋਜ਼ਿਟਿਵ ਚਾਰਜ ਬਿਲਡਅਪ ਹੁੰਦਾ ਜਾਏਗਾ। ਇਹਦਾ ਮਤਲਬ ਇਸ ਮਟੀਰੀਅਲ ਦੇ ਅੰਦਰ ਜਿਹੜੇ 네ਗੇਟਿਵ ਤੇ ਪੋਜ਼ਿਟਿਵ ਚਾਰजेस ਸੀਗੇ ਹਨਾ, ਉਹ ਇਸ ਐਸਐਚ ਗਲਾਸ ਰੋਡ ਦੀ ਹੈਲਪ ਨਾਲ ਅਸੀਂ ਸੈਪਰੇਟ ਕਰ ਲਏ। ਇਸ ਗਲਾਸ ਰੋਡ ਦੀ ਹੈਲਪ ਨਾਲ ਇਹਦੇ ਉੱਤੇ ਅਸੀਂ ਦੋ ਟਾਈਪ ਦੇ ਚਾਰਜ ਜਿਹੜੇ ਉਹ ਡਿਵੈਲਪ ਕਰ ਦਿੱਤੇ। ਪਰ ਮੈਂ ਇਹ ਕੁਐਸਚਨ ਸੀਗਾ ਹਾਊ ਦਿਸ ਮੈਟਲ ਸਫੀਅਰ ਇਜ਼ ਟੂ ਬੀ ਓਨਲੀ ਸਿੰਗਲੀ ਚਾਰਜ, ਮਤਲਬ ਇਹ ਕੱਲਾ ਸਿੰਗਲ ਚਾਰਜ ਕਿਦਾਂ ਹੋਵੇ। ਉਹਦੇ ਲਈ ਹੁਣ ਕੀ ਫਰਦਰ ਕਰਨਾ ਸੀ ਉਹ ਗੱਲ ਸਮਝਿਓ ਧਿਆਨ ਨਾਲ। ਹੁਣ ਇੱਥੇ ਹਜੇ ਕੁਝ ਹੋਰ ਐਡ ਕਰ ਰਿਹਾ। ਜੇ ਮੈਂ ਇਸ ਵੇਲੇ ਆ ਗਲਾਸ ਰੋਡ ਇਤੋਂ ਰਿਮੂਵ ਕਰਦਾ ਦੈਨ ਵਾਟ ਹੈਪਨ, ਕੀ ਹੋਏਗਾ? ਚਾਰਜ सेपरेशन रहनी ਚਾਰਜ ਸੈਪਰੇਸ਼ਨ नहीं रहनी। ਨਹੀਂ ਰਹੇਗੀ ਨਾ, ਯਾਨੀ ਜਿਹੜੇ ਆ ਪੋਜ਼ਿਟਿਵ 네ਗੇਟਿਵ ਦੀ ਸੈਪਰੇਸ਼ਨ ਹੋਈ ਪਈ ਸੀਗੀ ਉਹ ਇਸ ਗਲਾਸ ਰੋਡ ਦੇ ਡਰ ਤੋਂ ਸੀਗੀ। ਇਹ ਉਹਨੂੰ 네ਗੇਟਿਵ ਨੂੰ ਬਾਉਂਡ ਕਰਦੀ ਪਈ ਸੀ, ਇਹ ਪੋਜ਼ਿਟਿਵ ਰੋਡ ਪੋਜ਼ਿਟਿਵ ਨੂੰ ਰਿਪੈਲ ਕਰਦੀ ਸੀ। ਇਹਨਾਂ ਨੂੰ ਅਸੀਂ ਦੋ ਨਾਮ ਦੇ ਦਿੰਨੇ ਕਿ these are the bound charges, these are the free charges। ਔਰ ਜਦੋਂ ਆ ਰੋਡ ਇਥੋਂ ਨਿਕਲ ਗਈ ਹੈ ਨਾ, ਤੇ these positive and negative they get attracted and again get to be neutralized, ਯਾਨੀ ਮੈਟਲ ਸਫੀਅਰ ਤੇ ਕੋਈ ਚਾਰਜ ਨਹੀਂ ਰਹਿ ਜਾਏਗਾ, ਯਾਨੀ ਜਿਹੜਾ ਆਪਾਂ ਚਾਰਜ ਡਿਵੈਲਪ ਕਰਨਾ ਸੀ ਉਹ ਨਹੀਂ ਆ ਪਾਏਗਾ। ਇਸ ਲਈ ਹਜੇ ਇਸ ਗਲਾਸ ਰੋਡ ਨੂੰ ਆਪਾਂ ਇਹਦੇ ਤੋਂ ਪਰੇ ਕਿਤੇ ਨਹੀਂ ਕੀਤਾ। ਬਟ ਐਟ ਦਾ ਸੇਮ ਟਾਈਮ ਵਨ ਥਿੰਗ ਵੀ ਸ਼ੁਡ ਹੈਵ ਟੂ ਡੂ, ਇੱਕ ਚੀਜ਼ ਅਸੀਂ ਜ਼ਰੂਰ ਕਰਾਂਗੇ। what you will have to do, ਕਹਿੰਦਾ ਜੀ ਅਸੀਂ ਮੈਟਲ ਸਫੀਅਰ ਦੇ ਇਸ ਐਂਡ ਦੀ ਅਰਥਿੰਗ ਕਰ ਦਾਂਗੇ। ਅਸੀਂ ਮੈਟਲ ਸਫੀਅਰ ਦੇ ਇਸ ਐਂਡ ਨੂੰ ਅਰਥ ਕਰਾਂਗੇ। ਅਰਥਿੰਗ ਦਾ ਮਤਲਬ ਇਹ ਹੋਇਆ ਕਿ ਤੁਸੀਂ ਇਹਨੂੰ ਇੱਕ ਕੰਡਕਟਿੰਗ ਪਾਥ ਦੇ ਦੋਗੇ। ਹੁਣ ਪੁੱਤ ਅਰਥ ਹਮੇਸ਼ਾ ਜਿਹੜੀ ਹੁੰਦੀ ਆ ਇਹ ਲੋ ਪੋਟੈਂਸ਼ੀਅਲ ਤੇ ਹੁੰਦੀ ਆ। ਅਰਥ ਅਸੀਂ ਮੰਨ ਕੇ ਚੱਲਦੇ ਹਮੇਸ਼ਾ ਨਿਊਟਰਲ ਹੁੰਦੀ ਆ। ਅਰਥ ਦੇ ਉੱਤੇ ਕੋਈ ਪੋਜ਼ਿਟਿਵ ਪੋਟੈਂਸ਼ੀਅਲ ਜਾਂ 네ਗੇਟਿਵ ਪੋਟੈਂਸ਼ੀਅਲ ਨਹੀਂ ਹੁੰਦਾ। ਅਰਥ ਹਮੇਸ਼ਾ ਜ਼ੀਰੋ ਪੋਟੈਂਸ਼ੀਅਲ ਤੇ ਹੁੰਦੀ ਆ। ਹੁਣ ਅਰਥ ਹੋ ਗਈ ਜ਼ੀਰੋ ਪੋਟੈਂਸ਼ੀਅਲ ਤੇ, ਔਰ ਜਿੱਥੇ ਪੋਜ਼ਿਟਿਵ ਚਾਰਜ ਆਣ ਉਹ ਹਾਈ ਪੋਟੈਂਸ਼ੀਅਲ ਪਲੇਟ ਹੁੰਦੀ ਆ। ਇਹਦਾ ਮਤਲਬ ਇਹ ਹੋ ਗਿਆ ਕਿ ਆ ਪੋਜ਼ਿਟਿਵ ਜਿਹੜੀ ਸਫੀਅਰ ਦਾ ਪੋਰਸ਼ਨ ਆ ਇਹ ਹਾਈ ਪੋਟੈਂਸ਼ੀਅਲ ਆ, ਅਰਥ ਮੇਰੀ ਲੋ ਪੋਟੈਂਸ਼ੀਅਲ ਆ। ਔਰ ਇਹਨੂੰ ਮੈਂ ਜੋੜ ਦਿੱਤਾ ਇੱਕ ਕੰਡਕਟਿੰਗ ਵਾਇਰ ਦੇ ਨਾਲ, ਤੇ ਕੰਡਕਟਿੰਗ ਵਾਇਰ ਕੀ ਕਰੇਗੀ, ਆ ਪੋਜ਼ਿਟਿਵ ਚਾਰਜ ਨੂੰ ਇੱਕ ਪਾਥ ਦੇ ਦੇਗੀ। ਇਹਨੂੰ ਬੋਲਣ ਦੇ, ਇਸ ਲਾਈਨ ਨੂੰ ਬੋਲਣ ਦੇ ਦੋ ਮੈਥਡ ਆ ਕਿ ਜਦੋਂ ਇਹਨੂੰ ਤੁਸੀਂ ਅਰਥਿੰਗ ਕਰੋਗੇ ਜਿੰਨਾ ਇਹਦੇ ਉੱਤੇ ਪੋਜ਼ਿਟਿਵ ਚਾਰਜ ਹੋਏਗਾ ਅਰਥ ਉਨੇ ਹੀ ਇਲੈਕਟ੍ਰੋਨ ਸਪਲਾਈ ਕਰਦੀ ਜਾਏਗੀ। ਅਰਥ ਉਨੇ ਹੀ ਇਲੈਕਟ੍ਰੋਨ ਸਪਲਾਈ ਕਰਦੀ ਜਾਏਗੀ ਜਿਹੜੇ ਆ ਕੇ ਇਹਨਾਂ ਪੋਜ਼ਿਟਿਵ ਚਾਰजेस ਨੂੰ ਨਿਊਟਰਲਾਈਜ਼ ਕਰ ਦੋਗੇ। ਠੀਕ ਹੈ, ਯਾਨੀ ਆ ਪੋਜ਼ਿਟਿਵ ਚਾਰਜ ਇਥੋਂ ਨਿਊਟਰਲਾਈਜ਼ ਹੋ ਕੇ ਖਤਮ ਹੋ ਜਾਣੇ। ਇੱਕ ਮੈਥਡ ਬੋਲਣ ਦਾ ਇਹ ਹੈਗਾ। ਦੂਜਾ ਵਰਡ ਅਸੀਂ ਇਹਨੂੰ ਇਦਾਂ ਬੋਲ ਦਿੰਦੇ ਕਿ ਵੀ ਜਦੋਂ ਅਰਥ ਨੂੰ ਤੁਸੀਂ ਇਸ ਐਂਡ ਨੂੰ ਤੁਸੀਂ ਅਰਥਿੰਗ ਕਰ ਦਿੱਤੀ, ਆ ਐਂਡ ਹਾਈ ਪੋਟੈਂਸ਼ੀਅਲ ਤੇ ਹੋਣ ਕਰਕੇ ਦੂਸਰਾ ਇਹ ਚਾਰजेस ਫ੍ਰੀ ਚਾਰਜ ਆ ਚਾਰਜ ਬਾਉਂਡ ਆ, ਇਹ 네ਗੇਟਿਵ ਚਾਰਜ ਨਾਲ ਵੱਜੇ ਹੋਏ ਆ, ਪਰ ਪੋਜ਼ਿਟਿਵ ਨੂੰ ਰਿਪੈਲ ਪਹਿਲਾਂ ਹੀ ਕਰਦਾ ਪਿਆ ਇਹ। ਔਰ ਦੂਜੇ ਪਾਸੇ ਇਹਨੂੰ ਇੱਕ ਰਸਤਾ ਮਿਲ ਗਿਆ ਫਲੋ ਕਰਨ ਦਾ, ਤੇ ਜਿੰਨਾ ਪੋਜ਼ਿਟਿਵ ਚਾਰਜ ਹੋਏਗਾ ਦੈਟ ਵਿਲ ਕਹਿੰਦਾ ਜੀ ਫਲੋ ਟੂ ਅਰਥ। ਇਹਦਾ ਮਤਲਬ ਹੋ ਗਿਆ ਕਿ ਅਰਥਿੰਗ ਕਰਨ ਦੀ ਐਡਵਾਂਟੇਜ ਇਹ ਹੋਏਗੀ ਕਿ ਜਿਹੜੇ ਫ੍ਰੀ ਚਾਰजेस ਨੇ ਉਹ ਸਾਰੇ ਦੇ ਸਾਰੇ ਅਰਥ ਨੂੰ ਫਲੋ ਕਰ ਗਏ। ਯਾਨੀ ਨੈਕਸਟ ਫਿਗਰ ਦੇ ਅੰਦਰ ਜੇ ਆਪਾਂ ਇਹਨੂੰ ਸ਼ੋ ਆਫ ਕਰੀਏ ਤੇ ਨੈਕਸਟ ਫਿਗਰ ਦੇ ਅੰਦਰ ਆਪਣਾ ਜਿਹੜਾ ਮੈਟਲ ਸਫੀਅਰ ਹੋਏਗਾ, ਠੀਕ ਹੈ, ਜਿਹਨੂੰ ਆਪਾਂ ਅਰਥ ਕਰ ਚੁੱਕੇ ਹਾਂ। ਅਸੀਂ ਅਰਥ ਦੇ ਨਾਲ ਇਹਦਾ ਆ ਸਾਰਾ ਪੋਜ਼ਿਟਿਵ ਚਾਰਜ ਖਤਮ ਕਰ ਦਿੱਤਾ। ਆ 네ਗੇਟਿਵ ਜਿਹੜਾ ਸਟਿਲ ਇਸ ਗਲਾਸ ਰੋਡ ਦੇ ਨੀਅਰ ਬਾਈ ਰਹੇਗਾ ਕਿਉਂਕਿ ਇਹ ਸਟਿਲ ਇਹਦੇ ਨਾਲ ਬਾਉਂਡ ਚਾਰਜ ਆ। ਜਿਹੜੇ ਫ੍ਰੀ ਚਾਰਜ ਸੀਗੇ ਉਹ ਸਾਰੇ ਅਰਥ ਨੂੰ ਚਲੇ ਗਏ। ਉਸ ਤੋਂ ਬਾਅਦ ਤੁਸੀਂ ਆ ਅਰਥਿੰਗ ਵਾਲਾ ਕਨੈਕਸ਼ਨ ਬੇਸ਼ੱਕ ਇਹਦਾ ਜਿੱਤੇ ਨਾ ਦਿਖਾਵੋ। क्या इन्नी गल समझ लगी? यस यस सर Yes, sir. बॉडी ਦੇ ਉੱਤੇ ਇਸ ਬॉडी ਦੇ ਇਸ ਮੈਟਲ ਸਫੀਅਰ ਤੇ ਇੱਕ ਟਾਈਪ ਦੇ ਚਾਰਜ ਤੇ ਹੈ ਆ ਗਏ, ਬਟ ਸਟਿਲ those charges are on the ਕਹਿੰਦਾ ਜੀ nearer face of this ਕਹਿੰਦਾ glass rod, but as soon as you remove this glass rod, ਜੇ ਮੈਂ ਇਸ glass rod ਨੂੰ remove ਕਰ ਦਵਾਂ, now these negative charge which are here due to attraction with the glass rod, now there is no attractive forces, so these negative charge will spread over whole of the ਕਹਿੰਦਾ ਜੀ sphere। यानी यही नेगेटिव चार्ज ਜਿਹੜੇ ਇਸ ਸਫੀਅਰ ਦੇ ਉੱਤੇ ਸੀਗੇ now they will scatter ਜਾਂ spread over whole of the metal sphere। ਔਰ ਇਸ ਮੂਮੈਂਟ ਤੇ ਇਧਰੋਂ ਅਰਥਿੰਗ ਖਤਮ ਹੋ ਚੁੱਕੀ, ਇਧਰ ਗਲਾਸ ਰॉड ਆਪਣੀ ਪਰੇ ਕਰ ਲਈ ਔਰ ਨੀਚੇ ਇਨਸੂਲੇਟਿੰਗ ਸਟੈਂਡ ਆ। ਇਹਦਾ ਮਤਲਬ ਇਸ ਮੈਟਲ ਸਫੀਅਰ ਤੇ ਜਿੰਨਾ 네ਗੇਟਿਵ ਚਾਰਜ ਹੋਏਗਾ that persistent there, ਉਹ ਚਾਰਜ ਐਸ ਸੱਚ ਮੇਰੇ ਕੋਲ ਇਤੋਂ ਕਿਤੋਂ ਵੀ ਨਿਊਟਰਲਾਈਜ਼ ਨਹੀਂ ਹੋ ਪਾਣਾ।
In this way your metal sphere get to be negatively charged. ਤੇ ਜੇ ਇਹੀ ਸਫੀਅਰ ਨੂੰ ਮੈਂ ਪੋਜ਼ਿਟਿਵਲੀ ਚਾਰਜ ਕਰਨਾ ਹੁੰਦਾ ਤੇ ਗਲਾਸ ਰॉड ਨੈਗੇਟਿਵਲੀ ਇੱਥੇ ਨੈਗੇਟਿਵਲੀ ਚਾਰਜ ਲੈ ਲੈਂਦੇ, ਇਸ ਐਂਡ ਤੇ ਪੋਜ਼ਿਟਿਵ ਚਾਰਜ ਆ ਜਾਊ, ਇਸ ਐਂਡ ਤੇ ਨੈਗੇਟਿਵ ਚਾਰਜ ਆ ਜਾਊ, ਨੈਗੇਟਿਵ ਨੂੰ ਫਲੋ ਦੇ ਦਾਂਗੇ, ਪੂਰੇ ਸਫੀਅਰ ਤੇ ਪੋਜ਼ਿਟਿਵ ਚਾਰਜ ਰਹਿ ਜਾਊ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. Yes, sir. ਨੂੰ ਇੱਕ ਸਿੰਗਲ ਵਰਡ ਵੀ ਡਾਊਟਫੁਲ ਹੈਗਾ ਇਸ ਚੀਜ਼ ਨੂੰ ਸਮਝਣ ਦੇ ਅੰਦਰ ਤੇ ਇੱਕ ਵਾਰੀ ਜ਼ਰੂਰ ਦੱਸੋ ਬੇਟਾ। Now we have the two metal spheres. Now we have the two metal spheres which are in contact with one another and they are placed on the insulating stand. दोनों के दोनों ਆਪਾਂ insulating stand ਦੇ ਉੱਤੇ ਰੱਖੇ ਹੋਏ ਆ, ਠੀਕ ਹੈ। Now ਕਹਿੰਦਾ ਜੀ we have to brought near a positively charged glass rod. any type of rod is to be there. ਤੁਸੀਂ ਕੋਈ ਵੀ ਇੱਕ rod ਲੈ ਸਕਦੇ। ਮੈਂ ਐਗਜ਼ਾਮਪਲ ਉਹੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਤੁਹਾਨੂੰ ਬਾਅਦ ਚੋਂ ਬੁੱਕ ਚੋਂ ਵੀ ਮਿਲ ਜਾਵੇ। ਹੁਣ ਹੋਏਗਾ ਕਿ ਜੇ ਮੈਂ ਆ ਮੈਟਲ ਸਫੀਅਰ A ਔਰ ਮੈਟਲ ਸਫੀਅਰ B, ਠੀਕ ਹੈ ਜੀ, ਦੇ ਆਰ ਟੂ ਬੀ ਬਰਾਊਟ ਨੀਅਰ ਟੂ ਦਾ ਗਲਾਸ ਰॉड ਤੇ ਦੋਨਾਂ ਸਫੀਅਰ ਦੇ ਅੰਦਰ ਜਿਹੜੇ ਫ੍ਰੀ ਇਲੈਕਟ੍ਰੋਨ ਨੇ ਇਹਨਾਂ ਨੂੰ ਕੰਟੈਕਟ 'ਚ ਰੱਖਿਆ ਹੋਇਆ, ਠੀਕ ਹੈ, ਇਹ ਮਤਲਬ ਇਹਨਾਂ 'ਚ ਕੰਡਕਸ਼ਨ ਹੈਗੀ ਆ ਤੇ ਦੋਨਾਂ ਸਫੀਅਰ ਦੇ ਜਿਹੜੇ ਨੈਗੇਟਿਵਲੀ ਚਾਰਜ ਇਲੈਕਟ੍ਰੋਨਸ ਨੇ they move on the nearer face of the glass rod, यानी वो glass rod ਦੇ nearer face ਵੱਲ ਨੂੰ ਕਹਿੰਦਾ ਜੀ ਸ਼ਿਫਟ ਕਰੋਗੇ ਔਰ ਦੋਨਾਂ ਸਫੀਅਰ ਦੇ ਜਿਹੜੇ ਪੋਜ਼ਿਟਿਵ ਚਾਰਜ ਨੇ ਦੇ ਕਹਿੰਦਾ ਜੀ ਸ਼ਿਫਟ ਔਨ ਦਾ ਕਹਿੰਦਾ ਜੀ ਫਾਰਦਰ ਐਂਡ ਆਫ ਦਾ ਕਹਿੰਦਾ ਜੀ ਮੈਟਲ ਸਫੀਅਰ B, ਮਤਲਬ ਇੱਥੇ ਇਕੱਠੇ ਨਹੀਂ ਹੋਏ, ਇਹਨੂੰ ਇੱਥੋਂ ਵੀ ਧੱਕਾ ਪਿਆ ਤੇ ਇਸ ਲਈ ਸਾਰੇ ਪੋਜ਼ਿਟਿਵ ਫਲੋ ਕਰਕੇ B ਸਫੀਅਰ ਦੇ ਐਂਡ ਤੇ ਜਾ ਲੱਗੇ ਔਰ ਜਿੰਨੇ ਦੋਨਾਂ ਦੇ ਵਿੱਚੋਂ ਫ੍ਰੀ ਇਲੈਕਟ੍ਰੋਨ ਨੇ ਹਨਾ ਜਿੰਨੇ ਇਹਦੇ ਫਲੋ ਕਰਕੇ ਆ ਸਕਦੇ ਆ ਉਹ ਸਾਰੇ ਦੇ ਸਾਰੇ A ਸਫੀਅਰ ਦੇ ਨੀਅਰਰ ਐਂਡ ਦੇ ਉੱਤੇ ਇਹਦੇ ਆ ਗਏ। ਕਿਆ ਇਹਨਾਂ ਕਲੀਅਰ ਆ? Yes, sir. Yes, sir. Yes, sir. ਅੱਛਾ ਜੀ, ਫਿਰ ਉਹੀ ਸੇਮ ਚੀਜ਼ ਆ, ਜੇ ਗਲਾਸ ਰॉड ਰਿਮੂਵ ਕਰ ਦਵਾਂ ਤੇ ਨਿਊਟਰਲਾਈਜ਼ ਹੋ ਜੂ। ਕਲੀਅਰ ਇੰਨੀ ਗੱਲ? ਹਾਂਜੀ ਸਰ। ਹੁਣ ਜੇ ਸੱਚ ਗਲਾਸ ਰॉड ਮੇਰੀ ਇੱਥੇ ਹੀ ਆ, ਠੀਕ ਹੈ, ਜੇ ਮੈਂ ਇਹਨਾਂ ਦੋਨਾਂ ਸਫੀਅਰ ਨੂੰ, ਠੀਕ ਹੈ, ਦੋਨਾਂ ਦੇ ਦੋਨਾਂ ਸਫੀਅਰ ਨੂੰ ਇੱਕ ਦੂਜੇ ਤੋਂ ਹਲਕਾ ਗੈਪ ਦੇ ਦੇਵਾਂ, now what happened with there? Nothing happened. ਸੇਮ ਫੀਨੋਮੀਨਾ ਫਿਰ ਬਣਿਆ ਰਹੇਗਾ, ਯਾਨੀ ਇਹਦੇ ਇਸ ਐਂਡ ਦੇ ਉੱਤੇ 네ਗੇਟਿਵ ਔਰ ਇਹਦੇ ਇਸ ਐਂਡ ਦੇ ਉੱਤੇ ਪੋਜ਼ਿਟਿਵ ਚਾਰਜ ਐਸ ਸੱਚ ਰਹੂਗਾ। ਇਸ ਤੋਂ ਬਾਅਦ ਜੇ ਮੈਂ ਹੁਣ ਇਹਨੂੰ ਫਰਦਰ ਕੁਝ ਕਰਨਾ ਤਾਂ ਕੀ ਕਰ ਸਕਦਾ ਇਹਦੇ ਅੰਦਰ ਮੈਂ? ਸਰ ਗਲਾਸ ਰॉड ਨੂੰ ਰਿਮੂਵ। ਹਾਂਜੀ ਸਰ ਗਲਾਸ ਰॉड ਨੂੰ ਰਿਮੂਵ ਕਰਨਾ। ਗਲਾਸ ਰॉड ਕਰ ਦਿੱਤਾ ਬੇਟਾ ਆਪਾਂ। ਨੈਕਸਟ ਫਿਗਰ ਦੇ ਅੰਦਰ ਗਲਾਸ ਰॉड ਰਿਮੂਵ ਕਰਤੀ, ਨਾਓ ਵਾਟ ਹੈਪਨ, ਕੀ ਹੋਏਗਾ? ਸਰ ਨੈਗੇਟਿਵ ਐਂਡ ਪੋਜ਼ਿਟਿਵ ਚਾਰਜ ਵਿਲ ਕੋਲਾਈਡ। ਨੈਗੇਟਿਵ ਐਂਡ ਪੋਜ਼ਿਟਿਵ ਚਾਰਜ will collide will collide with one another। नहीं collide करोगे बेटा, ਆਪਾਂ separation ਦੇ ਚੁੱਕੇ ਹਾਂ। ਜੇ ਤੇ ਕੰਟੈਕਟ ਹੁੰਦੇ then we said ਕਿ ਵੀ they will neutralize with one another, but now what happen ਜੇ ਮੈਂ ਐਸ ਸੱਚ ਇਹਨਾਂ ਨੂੰ ਇੱਕ ਦੂਜੇ ਤੋਂ ਗੈਪ ਤੇ ਰੱਖਿਆ ਹੋਇਆ, ਨਿਊਟਰਲਾਈਜ਼ ਤਾਂ ਹੁਣ ਹੋ ਰਿਹਾ ਹੈ, ਕੀ ਹੋ ਸਕਦਾ ਹੋਰ? Spheres attract ਹੋ ਜਾਊਗਾ। ਹਾਂ ਪਾਰਸ? Spheres attract ਹੋ ਜਾਊਗੇ। ਬਿਲਕੁਲ, ਇਹਨਾਂ ਦੋਨਾਂ ਦੇ ਵਿੱਚ ਕੀ ਹੋਏਗਾ ਪੁੱਤ? ਹੁਣ ਗਲਾਸ ਰॉड ਜਿਹੜੀ ਇਹਨਾਂ ਨੂੰ ਖਿੱਚਣ ਵਾਲੀ ਸੀ ਉਹ ਤਾਂ ਰਹੀ ਨਹੀਂ, ਪਰ ਇਹਨਾਂ ਦੋਨਾਂ ਦੀ ਆਪਸ ਵਿੱਚ ਤੇ ਅਟਰੈਕਸ਼ਨ ਹੋਏਗੀ। Yes, sir. Yes, sir. ਆਪਸ ਵਿੱਚ ਅਟਰੈਕਸ਼ਨ ਹੋਏਗੀ ਤੇ ਇਹਦਾ ਮਤਲਬ ਆ A ਸਫੀਅਰ ਦੇ 네ਗੇਟਿਵ ਚਾਰਜ ਔਰ B ਸਫੀਅਰ ਦੇ ਪੋਜ਼ਿਟਿਵ ਚਾਰਜ ਦੇ ਕਮ ਔਨ ਦਾ ਨੀਅਰਰ ਫੇਸਿਸ, ਯਾਨੀ ਇਹ ਇੱਕ ਦੂਜੇ ਦੇ ਨੀਅਰਰ ਫੇਸ ਤੇ ਆ ਜਾਓਗੇ, ਹਨਾ, ਯਾਨੀ ਉਹਨਾਂ ਤੇ ਦੋ ਟਾਈਪ ਦੇ ਚਾਰਜ ਰਹਿਣੇ ਆ, ਕੋਈ ਨਿਊਟਰਲਾਈਜੇਸ਼ਨ ਨਹੀਂ ਹੋਣੀ, ਬਟ ਇਹਨਾਂ ਦੋਨਾਂ ਦੀ ਕਿਉਂਕਿ ਅਸੀਂ ਨੀਅਰ ਬਾਈ ਗੈਪ ਰੱਖਿਆ ਹੋਇਆ ਵਾ, ਮਤਲਬ ਇਹਨਾਂ ਨੂੰ ਫਾਰਦਰ ਡਿਸਟੈਂਸ ਤੇ ਨਹੀਂ ਰੱਖਿਆ, ਇਸ ਲਈ ਇਹਨਾਂ ਦੋਨਾਂ ਦੇ ਪੋਜ਼ਿਟਿਵ ਔਰ 네ਗੇਟਿਵ ਚਾਰਜ ਇੱਕ ਦੂਜੇ ਨੂੰ ਅਟਰੈਕਟ ਕਰੋਗੇ, ਠੀਕ ਹੈ। ਬਟ if we have to kept the two sphere now at a farther distance, ਜੇ ਤੁਸੀਂ ਦੋਨੋਂ ਦੇ ਦੋਨਾਂ ਸਫੀਅਰਸ ਨੂੰ ਇੱਕ ਦੂਜੇ ਤੋਂ ਫਾਰਦਰ ਗੈਪ ਤੇ ਲੈ ਜੂਗੇ, ਯਾਨੀ ਇਹਨਾਂ ਵਿੱਚ ਦਾ ਗੈਪ ਮੈਂ ਜਿਹੜਾ ਉਹ ਵਧਾ ਦਾਂਗਾ, now what happened with it? ਕੀ ਹੋਏਗਾ? ਚਾਰਜ ਸਪਰੈਡ ਕਰ ਦੂੰਗੇ। ਨੈਗੇਟਿਵ ਵਿਲ ਬੀ देयर एंड ਇਸ ਸਫੀਅਰ ਦੇ ਇਸ ਐਂਡ ਤੇ ਡਿਊ ਟੂ ਅਟਰੈਕਸ਼ਨ ਸੀਗਾ, ਹੁਣ ਅਟਰੈਕਟਿਵ ਫੋਰਸਸ ਐਸਾ ਜਿਹਦੇ ਚੋਂ ਨਲੀਫਾਈ ਹੋ ਜਾਣੀਆਂ, ਤੇ ਇਸ ਲਈ ਇਹਦਾ 네ਗੇਟਿਵ ਚਾਰਜ ਔਰ ਇਸ ਸਫੀਅਰ ਦਾ ਪੋਜ਼ਿਟਿਵ ਚਾਰਜ ਜਿਹੜਾ ਨਾ that will be spread over whole of the ਕਹਿੰਦਾ ਜੀ ਸਫੀਅਰ, and the two sphere they get to be oppositely charged। ਇਸ ਤਰ੍ਹਾਂ ਇਹਨਾਂ ਦੋਨਾਂ ਦੇ ਉੱਤੇ ਪਰਮਾਨੈਂਟਲੀ ਪੋਜ਼ਿਟਿਵ ਔਰ 네ਗੇਟਿਵ ਚਾਰਜ ਜਿਹੜੇ ਉਹ ਬਿਲਟ ਅਪ ਹੋ ਜਾਊਗੇ। क्या इतनी गल समझ आई? Yes, sir.
Yes, sir. Sir. कहना जी without any actual transfer of electron by the charged body, the charge production on the two body, ठीक है, is to be called as the charging by induction. मतलब अपना ग्लास रॉड ने बिना कोई चार्ज खर्चे अपना कोई चार्ज वरते है ना, ਇਹਨਾਂ ਦੋਨਾਂ ਸਫੀਅਰ ਨੂੰ ਫੇਰ ਵੀ ਉਹਨੇ ਚਾਰਜ ਕਰਾ ਲਿਆ, ਠੀਕ ਹੈ ਜੀ, ਤੇ ਉਸ ਫਿਨੋਮੀਨਨ ਨੂੰ ਅਸੀਂ ਨਾਮ ਦਿੰਦੇ ਹਾਂ ਕਿ ਚਾਰਜਿੰਗ ਬਾਈ ਇੰਡਕਸ਼ਨ। ਔਰ ਇਹਦੇ ਅੰਦਰ ਅਸੀਂ ਜਿਹੜੇ ਚਾਰਜ ਆਂਦੇ ਇਹਨਾਂ ਨੂੰ ਕਹਿੰਦੇ ਨੇ these are to be called as the induced charges। क्या ਇਹਨਾਂ ਕਲੀਅਰ ਆ? Yes, sir. Yes, sir. Yes, sir. ਆਪਾਂ ਟੌਪਿਕ ਜਿਹੜਾ ਕਵਰ ਕਰਦੇ ਪਏ ਬੇਟਾ ਬੁੱਕ ਦੇ ਅਕੋਰਡਿੰਗਲੀ, ਉਹਦੇ ਵਿੱਚ ਫਰਸਟ ਆਪਣਾ ਟੌਪਿਕ ਸੀਗਾ ਟਾਈਪਸ ਆਫ ਮਟੀਰੀਅਲ, ਕੰਡਕਟਰ, ਇਨਸੂਲੇਟਰ ਤੇ ਡਾਈ ਇਲੈਕਟ੍ਰਿਕ। ਜੇ ਵਿੱਚ ਆਪਾਂ ਨੂੰ ਵਰਡ ਕਿਤੇ ਸੈਮੀ ਕੰਡਕਟਰ ਮਿਲੇਗਾ ਉਹਦੀ ਗੱਲ ਮੈਂ ਹਜੇ ਕਿਤੇ ਨਹੀਂ ਜੋੜੀ, ਠੀਕ ਹੈ। ਸੈਕਿੰਡ ਆਪਾਂ ਟੌਪਿਕ ਕਵਰ ਕਰਦੇ ਪਏ ਮੈਥਡ ਆਫ ਚਾਰਜਿੰਗ ਅ ਬੋਡੀ, ਪੁੱਛੇਗਾ ਚਾਰਜਿੰਗ ਬਾਈ ਕੰਡਕਸ਼ਨ, ਚਾਰਜਿੰਗ ਬਾਈ ਫ੍ਰਿਕਸ਼ਨ, ਐਂਡ ਥਰਡ ਵਨ ਇਜ਼ ਦਾ ਚਾਰਜਿੰਗ ਬਾਈ ਇੰਡਕਸ਼ਨ। ਉਹ ਆਪਣਾ ਟੌਪਿਕ ਕੰਪਲੀਟ ਆ, ਇੰਨਾ ਸਮਝ ਲੱਗ ਗਿਆ।